करांगे, 3.5 करांगे, 4 करांगे। बाबा किरपा, एक मिनट सुन लो, बाबा किरपा करे धमल रखो जेडे एम्प्लॉयमेंट एक्सचेंज दे विच बेरोजगारां दे नाम दाखिल है, लेबर डिपार्टमेंट दे विच एम्प्लॉयमेंट एक्सचेंज दे विच जिन्हां दे नाम दाखिल है, असीं वाहिगुरू किरपा करे उहनूं बेरोजगारी भत्ता देंगे। जे ना देंगे तो भाई जी हजे वोटां जो लैन आवांगे जथेदार जी जो मर्जी सवाल करनी। हुण किसानी का मसला है, हुण तुसीं भी पॉलिटिक्स कर रहे हो। मैनूं तां एक मेरा सवाल है, मेरा सवाल है, तू 150 पुछी, 150 पुछी, मेरा सवाल है। मैनूं किसी ने कहा है भी कुछ किसान पार्टियां भरा, पता नहीं सच है कि नहीं, पहला मैं माफी मंगदा, तुसीं मेरे तो सवाल कोई पूछे मैं पूछे थोड़े हो सकता सच्चे ना हो सकता मैं भी सुनी सुनाई। मैनू किसी ने यह गल कही है चंगे अफसरां ने इधर उधर भी महीने 2 महीनों नूं किसान यूनियन भी आपकी पार्टी बनाउण जा रही है, कि ये सच है? हाले तक तो कोई नहीं, हाले तक मोर्चे की कोई मीटिंग नहीं हुई। नहीं वो कहते भी आप भी आपके उम्मीदवार उतारने हैं, ये गल सच है कि झूठ है? ਅਸੀਂ ਦੇ ਪੱਖ 'ਚ ਨਹੀਂ, ਤੁਸੀਂ ਇਸ ਗੱਲ 'ਚ ਪੱਕ 'ਚ ਨਹੀਂ, ਤੁਸੀਂ ਇਸ ਗੱਲ 'ਚ ਪੱਕ, ਤੁਸੀਂ ਜੇ ਕਿਸਾਨ ਯੂਨੀਅਨ ਨੇ ਪਾਰਟੀ ਬਣਾਈ, ਤੁਸੀਂ ਨਹੀਂ, ਜੇ ਕਿਸਾਨ ਯੂਨੀਅਨ ਨੇ ਪਾਰਟੀ ਬਣਾਈ ਕੀ ਤੁਸੀਂ ਉਹਦਾ ਸਾਥ ਦਿਓਗੇ ਕਿ ਨਹੀਂ? ਵੈਰੀ ਗੁੱਡ। ਹੁਣ ਅਗਲਾ ਦੱਸੋ। ਹੁਣ ਤਾਂ ਇੱਕ ਮੇਰੀ ਗੱਲ, ਖਾਲੀ ਕਿਸਾਨ ਯੂਨੀਅਨ ਦਾ ਇਹਦਾ ਰੁਤਬਾ ਹੈ ਸਿਆਸੀ ਪਾਰਟੀਆਂ ਤੋਂ ਉੱਪਰ ਹੈ, ਨਾ ਕਿ ਖੁਦ ਚੋਣਾਂ 'ਚ ਖੁਦ ਬਣਾ ਕਿਸਾਨ ਯੂਨੀਅਨ ਜਿਹੜੀ ਵੀ। ਯਾਰ ਸਾਨੂੰ ਲੋਕਾਂ ਨੇ ਕਿਹਾ ਵੀ ਭਾਈ ਉਹ ਕਈ ਬੰਦੇ ਜਿਹੜੇ ਹੁਣ ਲਖੋਵਾਲ ਸਾਹਿਬ ਨੂੰ ਉਹ ਕਹਿੰਦੇ ਵੀ ਆਮ ਆਦਮੀ ਪਾਰਟੀ ਵਾਲੇ ਆਪਦਾ ਮੁੱਖ ਮੰਤਰੀ ਦਾ ਕੈਂਡੀਡੇਟ ਅਨਾਉਂਸ ਕਰ ਰਹੇ ਆ, ਸਾਨੂੰ ਇਹ ਕਿਹਾ ਗਿਆ ਜੇ ਕੋਈ ਬੰਦਾ ਵਿਕਦਾ ਹੈ ਉਹ ਤਾਂ ਉਹਦਾ ਦੀਨ ਮਾਰਿਆ ਗਿਆ, ਪਰ ਕਿਸਾਨ ਯੂਨੀਅਨ ਦਾ ਕੀ ਕੰਮ ਹੈ? ਸਰਕਾਰ ਹੈ ਕਿ ਗਲਤ ਕੰਮ ਕਰਦੀ ਹੈ, ਨਾ ਕਿ ਆਪ ਕੈਂਡੀਡੇਟ ਜਿਹੜਾ ਤੁਹਾਡਾ ਕੰਮ ਹੈ। ਵਾਈਟ ਕਰ ਲਈ ਭਾਈ ਜੀ ਸੁਣ ਲਓ ਮੇਰੀ ਗੱਲ, ਭਾਈ ਜੀ ਸੁਣ ਲਓ, ਕਿਸਾਨ ਜਿਹੜਾ ਪੁਲਿਸ ਦਾ ਕੰਮ ਹੈ, ਇੱਕ ਮਿੰਟ, ਪੁਲਿਸ ਦਾ ਕੰਮ ਹੈ ਭਾਈ ਜੀ, ਜਿੱਥੇ ਜਾਂਦੇ ਹਰੇਕ ਨੂੰ ਜਾ ਕੇ ਕੀ ਕਹਿੰਦਾ? ਕਿਉਂਕਿ ਇਹਨਾਂ ਨੇ ਤਾਂ ਇਕੱਲਾ ਇੱਕ ਗੱਲ ਕੀਤੀ ਹੈ ਵੀ ਸਾਡੇ ਖੜਿਆ ਹੁੰਦਿਆਂ ਵਰਦੀ 'ਚ ਕੋਈ ਛਿੱਤਰੋ ਛਿੱਤਰੀ ਨਾ ਹੋਵੇ। ਅਸੀਂ ਕੀ ਦੇਖਣਾ ਹੈ ਵੀ ਉਹ ਬੰਦੇ ਨਾਰਾ ਲਾਈ ਜਾਂਦੇ ਐ ਰਾਜਾ ਵੜਿੰਗਾ, ਤੈਨੂੰ ਉਹਨਾਂ ਕੋਲੇ ਜਾਣਾ ਚਾਹੀਦਾ, ਬੇਸ਼ੱਕ ਉਹ ਤੈਨੂੰ ਕੁਝ ਮੰਦਾ ਚੰਗਾ ਵੀ ਕਹਿਣ, ਤੂੰ ਸੁਣ ਕੇ ਆ। ਇਹਨਾਂ ਦਾ ਕੰਮ ਹੈ, ਇਹ ਮੈਨੂੰ ਕਹਿੰਦੇ ਵੀ ਸਾਡਾ ਸਿਆਪਾ ਨਿਬੇੜੋ, ਤੂੰ ਇੱਥੇ ਆ ਹੀ ਨਾ, ਤੂੰ ਉਧਰ ਨੂੰ ਜਾ, ਜੇ ਲੜ ਪਏ ਸਾਡੀ ਜਾਨ ਨੂੰ ਸਿਆਪਾ ਪੈ ਜਾਊਗਾ, ਅਸੀਂ 4 ਦਿਨ ਇੱਥੇ ਪੁਲਿਸ ਲਈ ਰੱਖਾਂਗੇ। ਉਹ ਇਹਨਾਂ ਦਾ ਦੇਖਣਾ, ਮੇਰਾ ਪੁਲਿਸ ਨਾਲ ਨਹੀਂ, ਪੁਲਿਸ ਲਾਅ ਐਂਡ ਆਰਡਰ ਵਾਸਤੇ ਹੈ। ਸੁਣੋ, ਲਾਅ ਐਂਡ ਆਰਡਰ ਯਾਰ ਪੁਲਿਸ ਕੀ ਹੋਇਆ? ਇੱਕ ਮਿੰਟ ਵਜ੍ਹਾ ਕਰਕੇ ਤੁਸੀਂ ਇੱਕ ਐਮਐਲਏ ਦੇ ਕੱਪੜੇ ਪਾੜਦੇ ਆ। ਮੈਂ ਇੱਕ ਮਿੰਟ ਵਿੱਚ, ਬੇਸ਼ੱਕ ਉਹ ਹਿੰਦੂ ਸੀ, ਬੇਸ਼ੱਕ ਭਾਜਪਾ ਦਾ, ਮੇਰੀ ਤੁਹਾਨੂੰ ਬੇਨਤੀ ਹੈ, ਚਾਹੇ ਮੇਰਾ ਮੁੱਖ ਵਿਰੋਧੀ ਅਕਾਲੀ ਦਲ ਦਾ ਆ ਜੇ, ਕੋਈ ਬੰਦਾ ਹੋਰ ਆ ਜੇ, ਮੈਂ ਉਹਨੇ ਯਾਰ ਕੱਪੜੇ ਪਾੜਦੀ, ਸਾਨੂੰ ਗੁਰੂ ਨੇ ਸੱਭਿਅਤਾ ਨਹੀਂ ਦਿੱਤੀ ਵੀ ਅਸੀਂ ਕੱਪੜੇ ਉਹ ਜਿਹੜੀ ਨਾ, ਅਸੀਂ ਤਾਂ ਜਿੰਨੇ ਕਿਸਾਨ ਯੂਨੀਅਨ ਵਾਲੇ ਆਏ ਆ ਬਾਈ ਜੀ ਹਰੇਕ ਦੀ ਸੇਵਾ ਕਰਦੇ। ਉਹਨਾਂ ਨੂੰ ਵੀ ਨਹੀਂ ਬੋਲਣਾ ਆਉਂਦਾ ਡਿਬੇਟਾਂ ਦੇ ਵਿੱਚ ਗਰੇਵਾਲ ਵਰਗਿਆਂ ਨੂੰ, ਉਹ ਮਾੜੇ ਲਿਆਉਣਗਾ ਸੱਦਣ ਨਹੀਂ, ਜਿਹੜਾ ਮਾੜਾ ਬੋਲੂਗਾ ਉਹ ਮਾੜਾ ਗਰੇਵਾਲ ਨੂੰ ਬਠਿੰਡੇ ਤੋਂ ਢਵਾ ਦਿਓ, ਮਾੜਾ ਕਰੂਗਾ ਜੋ ਜਾਂ ਬੀਜੂ ਹੋ ਜਾਂ। ਮੈਂ ਤਾਂ ਬਾਈ ਜੀ ਤੁਹਾਨੂੰ ਇਹ ਵੀ ਕਹਿੰਦਾ, ਜੇ ਗੱਲ ਸੁਣ ਲਓ, ਤੁਸੀਂ ਮੇਰੇ ਭਰਾ ਹੈ, ਲੈ ਬਈ ਪੁਲਿਸ ਵਾਲੇ ਉਹ ਪਾਸੇ ਹੋ ਜਾਓ, ਜੇ ਮੇਰਾ ਕੋਈ ਕਮੀਜ਼ ਪਾੜ ਕੇ 2-4 ਮੇਰੇ ਮਾਰ ਕੇ ਜੇ ਉਹ ਕਾਨੂੰਨ ਵਾਪਸ ਲੈਂਦਾ ਕੰਜਰ, ਤਾਂ ਮੈਂ ਆ ਬੈਠਾ ਲਿਆਓ ਲਾ ਲਓ। ਮੈਂ ਤਾਂ ਛੋਟਾ ਹੈ, ਮੈਂ ਕਿਹਾ ਪ੍ਰਸ਼ਾਸਨ ਨੂੰ ਛੱਡੋ, ਪ੍ਰਸ਼ਾਸਨ ਨੂੰ ਮੈਂ ਇਹਨੂੰ ਲਿਖ ਕੇ ਦਊਂਗਾ, ਮੇਰੀ ਜ਼ਿੰਮੇਵਾਰੀ ਹੈ, ਤੁਸੀਂ ਪਰਾਂ ਹੋ ਜਾਓ। ਮੇਰੇ ਜੇ ਤੁਸੀਂ ਪ੍ਰਧਾਨ ਹੈ, ਜੇ 2-4 ਲਾ ਵੀ ਲਊਗਾ, ਜੇ ਕਾਨੂੰਨ ਵਾਪਸ ਹੋ ਜੇ, ਸਾਲਾ ਮੇਰਾ ਪਿਓ ਕੁੱਟਦਾ ਰਿਹਾ ਤੇ ਮੈਨੂੰ ਤੁਸੀਂ ਕੁੱਟਦਾ ਤਾਂ ਕੀ ਹੋ ਜੂ? ਕਿਉਂ ਬੋਲਿਆ ਨਸ਼ੇ ਪ੍ਰਸ਼ਾਸਨ ਦੇ ਨਾਲ ਯਾਰ ਕਮਾਲ ਹੈ, ਕੱਲ ਕਿਸਾਨੀ ਦਾ ਮੁੱਦਾ ਪੂਰਾ ਪੋਲਿਟਿਕਸ ਕਰ ਰਹੇ, ਇਹ ਮੇਰੇ ਨਾਲ ਬਾਹਲਾ ਲੰਮਾ ਨਹੀਂ ਚਾਹੀਦਾ ਹੁੰਦਾ ਕਿਸੇ ਗੱਲ ਦੇ, ਤੇ ਮੈਂ ਕਿਸੇ ਗੱਲ ਦੇ ਵਿੱਚ ਬਾਹਲਾ ਲੰਮਾ ਨਹੀਂ ਚਾਹੀਦਾ ਹੁੰਦਾ। ਤੁਸੀਂ ਕਹਿੰਦੇ ਜੇ ਅਸੀਂ ਉੱਥੇ ਜਾਂਦੇ ਤਾਂ ਵੀ ਸਾਡੇ ਖੇਤਰ ਮਾਰ, ਇੱਥੇ ਹੁਣ ਲੋਕ ਸਾਡੇ ਤਾਂ ਵੀ ਮਾਰ। ਦੇਖੋ ਤੁਹਾਡੇ ਲੋਕ ਆ, ਤੁਹਾਡੇ ਪਿੰਡ ਰਾਜਨੀਤੀ ਦੀ ਬੈਕਗ੍ਰਾਉਂਡ ਇੰਨੀ ਗੰਦੀ ਹੋ ਗਈ, ਜਿੰਨਾ ਚਿਰ ਲੋਕ ਬੋਲਦੇ ਆ ਇਹਦਾ ਬਦਲ ਹੈ ਤੁਹਾਡੇ। ਇੱਕ ਮਿੰਟ ਬਾਈ, ਹੁਣ 2 ਮਿੰਟ ਬੋਲੋ।
ਤੁਹਾਡੀ ਸਰਕਾਰ ਦੇ ਵਿੱਚ ਹੋਇਆ, ਤੁਹਾਡੀ ਸਰਕਾਰ ਦੇ ਵਿੱਚ ਪਾਰਕ ਬਣਦੇ, ਤੁਹਾਡੀ ਸਰਕਾਰ ਦੇ ਵਿੱਚ ਗਲੀਆਂ ਬਣਦੀਆਂ, ਤੁਸੀਂ ਐਮਐਲਏ ਹੋ, ਤੁਸੀਂ ਬਣਾ ਦਿਓ। ਇਹਨਾਂ ਉਦਘਾਟਨ ਨੂੰ ਮੰਡੀ ਦੇ ਪ੍ਰਧਾਨ ਕਰ ਸਕਦੇ, ਯਾਨੀ ਪਰਸੋਂ ਵੀ ਰੱਖ ਸਕਦੇ, ਜੈਨੂਅਨ ਦਲੀਲ। ਦੂਜੀ ਗੱਲ ਜਿਹੜੀ ਨਾਲ ਅੱਜ ਸਾਨੂੰ ਫ੍ਰੀ ਸਿੱਖਿਆ ਨਾਲ ਦੀ ਅਗਲੀ ਗੱਲ ਤੇ ਫਿਰ ਨਾਲ ਜਿਹੜਾ ਸਟੇਸ਼ਨ ਆਪਣਾ ਨਵਾਂ ਬੜੀ ਇਹ ਕੋਈ ਨਵਾਂ ਸਟੇਸ਼ਨ ਬਣ ਗਿਆ, ਉਹਦੇ ਨਾਲ ਫਾਇਦਾ ਇੱਕੋ ਹੈ, 99% ਨੁਕਸਾਨ। ਕੁੜੀਆਂ ਦਾ ਕਦੇ ਵੀ ਇੱਕ ਬੰਦੇ ਨੇ ਤੁਹਾਡੇ ਸਾਰੇ ਲੀਡਰਾਂ ਜੋ ਬਿਆਨ ਦਿੱਤਾ ਵੀ ਲੜਕੀਆਂ ਬੜੀਆਂ ਔਖੀਆਂ ਹੋ ਗਈਆਂ ਸਟੇਸ਼ਨ ਬੰਦ ਦੇ ਨਾਲ, ਕਿ ਕਿੰਨੇ ਸਾਲ ਹੋ ਗਏ ਸਟੇਸ਼ਨ ਬਣੇ? 5-6 ਸਾਲ ਹੋ ਗਏ ਨਾ। ਹਾਂ, ਉਸ ਤੋਂ ਬਾਅਦ ਤੁਹਾਡਾ ਕਿਸੇ ਦਾ ਵੀ ਇੱਕ ਬਿਆਨ ਵੀ ਇੱਥੋਂ ਦੀ ਲੜਕੀਆਂ ਦੇ ਲੰਘਣ ਵਾਸਤੇ ਸਪੈਸ਼ਲ ਕਾਲਜ ਦਾ ਬਣਾਇਆ ਜਾਵੇ। ਇੱਕ ਵੀ ਅੱਜ ਨਹੀਂ ਕਿ ਤਿੰਨੇ ਚਾਰੇ ਪਾਰਟੀਆਂ ਇੱਕ ਦਾ ਜਿਹੜੇ ਕੰਮ ਕਰਨ ਵਾਲੇ ਉਹਨਾਂ ਕੰਮਾਂ ਦੇ ਉਹ ਦੋ ਕੁੜੀਆਂ ਨੇ ਸਾਡੇ ਮਗਰ ਸਾਨੂੰ ਉੱਥੇ ਫੋਟੋ ਲੋਕ ਜਿਵੇਂ ਪੁੱਤ ਲੱਗਦੇ ਭਗਤ ਸਿੰਘ ਲੱਗਦੇ ਤੁਹਾਡੇ ਸਪੈਸ਼ਲੀ ਪੁੱਤ ਲੱਗਣਗੇ। ਤੁਸੀਂ ਕੀ ਗੱਲ ਕਰਦੇ ਹੋ? ਕੱਲ ਨੂੰ ਚਿੱਠੀ ਦੇਊਂਗਾ ਜਿਹੜੀ 8 ਮਹੀਨੇ ਪਹਿਲਾਂ ਦੀ ਲਿਖੀ ਹੋਊਗੀ ਤੇ ਹੋ ਸਕਦਾ ਅਪਰੂਵਡ ਹੋ ਜੇ ਵੀ ਸਕੂਲ ਹੀ ਇੱਕ ਇੱਧਰਲੇ ਪਾਸੇ ਬਣਿਆ ਅਸੀਂ ਤਾਂ ਆਪਣੇ ਆਤੀ ਪਾਰਕ ਤੋਂ ਤੁਸੀਂ ਕਿਉਂ ਪਾਰਕ ਕਿਉਂ ਨਹੀਂ ਕਰਨਾ? ਸਕੂਲ ਕਿੱਥੇ ਬਣਾਉਂਗੇ? ਇੱਕ ਮਿੰਟ ਬਾਈ ਜੀ ਸੁਣੋ ਮੇਰੀ ਗੱਲ। ਜਗ੍ਹਾ ਕਿੱਥੇ ਸੁਣੋ ਲੋਕੇਟ ਕਰੋਗੇ? ਦੇਖੋ ਸਰਦਾਰ ਸਾਹਿਬ ਸੁਣੋ, ਹਸਪਤਾਲ ਮੈਂ ਪੰਜਾਬ 'ਚ ਇਹਨੂੰ ਜ਼ਿੰਦਗੀ ਦਾ ਉਹ ਤੋਹਫਾ ਤਾਂ ਨਹੀਂ ਬਣਾ ਸਕਿਆ, ਲੇਕਿਨ ਮੈਨੂੰ ਪੰਜਾਬ 'ਚ 15 ਲੱਖ ਰੁਪਏ ਦਾ ਇਨਾਮ ਮਿਲਿਆ। ਸਭ ਤੋਂ ਬੈਸਟ ਹਸਪਤਾਲ ਸਾਰੇ ਪੱਤਰਕਾਰ। ਇੱਕ ਨਵਾਂ ਹਸਪਤਾਲ ਬਣਾਇਆ ਮੈਂ 8 ਕਰੋੜ ਰੁਪਇਆ ਲਾ ਕੇ, ਜੱਚਾ ਬੱਚਾ ਸੈਂਟਰ ਨਵੀਂ ਬਿਲਡਿੰਗ ਬਣ ਗਈ ਹੈ, ਚੈੱਕ ਕਰ ਲਾ। ਦੂਜੀ ਗੱਲ, ਸਕੂਲ ਜਿਹੜਾ ਕੁੜੀਆਂ ਦਾ ਸੀ ਉਹ ਕਬੂਤਰਾਂ ਨੂੰ ਭਰਿਆ ਪਿਆ ਸੀ, ਮੈਂ ਉੱਤੇ 50 ਲੱਖ ਰੁਪਇਆ ਲਾ ਕੇ ਵਧੀਆ ਬਣਾਇਆ। ਤੇ ਇੱਧਰਲੇ ਪਾਸੇ ਸਕੂਲ ਬਣਾਉਣ ਦੀ ਤਜਵੀਜ਼, ਕਿਉਂਕਿ ਕੁੜੀਆਂ ਵਿਚਾਰੀਆਂ ਥੱਲੇ ਉਤਰ ਕੇ ਪੈਦਲ ਸਟੇਸ਼ਨ 'ਤੇ ਜਾਂਦੀਆਂ। ਬਾਬਾ ਸੁੱਖ ਰੱਖੇ, ਪਾਰਕ ਦੀ ਵੀ ਜ਼ਰੂਰਤ ਹੈ, ਸਕੂਲ ਦੀ ਵੀ ਜ਼ਰੂਰਤ ਹੈ, ਗਲੀ ਦੀ ਵੀ ਜ਼ਰੂਰਤ ਹੈ, ਨਾਲੀ ਦੀ ਵੀ ਜ਼ਰੂਰਤ ਹੈ, ਕਾਲਜ ਦੀ ਵੀ ਜ਼ਰੂਰਤ ਹੈ। ਇਹ ਗੱਲ ਨਾ ਕਿ ਪਾਰਕ ਦੀ ਸੈਰ ਕਿਵੇਂ ਕਰਾਂਗੇ? ਕੱਲੀ ਪੜ੍ਹਾਈ ਕਰਕੇ ਸਾਰਾ ਜੇ ਅੰਦਰ ਐਸੇ ਕਿੱਡੀ ਬਣ ਗਈ ਤਾਂ ਮਰ ਜਾਗੇ। ਕਿਸਾਨ ਬਚਾਉਣੇ ਵੀ ਜ਼ਰੂਰੀ। ਕੱਲੀ ਰੋਟੀ ਤੇ ਹੈ ਨਹੀਂ ਫਿਰ ਜੇ ਬਚਾਂਗੇ ਤਾਂ ਕੱਲੀ ਰੋਟੀ ਦੇ ਦਿੱਤੇ ਨਹੀਂ ਬਚਾਂਗੇ ਤਾਂ ਪਾਰਕਾਂ 'ਚ ਬੈਠਾਂਗੇ। ਪਾਰਕਿੰਗ ਹੀ ਚੱਟਣੇ ਆ ਇਕੱਲੇ। ਆ ਜੱਟੜੀ ਆ ਬੇਬੇ ਦੀ ਤਾਂ ਨਹੀਂ। ਬਾਪੂ ਜੀ ਐ ਨਾ ਕਰੋ, ਹਾਇਰ ਮਾਤੂ ਵੀ ਹੁਣ ਸਾਰੇ ਨਾ, ਮੈਂ ਤਾਂ ਤੁਹਾਡੇ ਪੈਰਾਂ ਨੂੰ ਹੱਥ ਲਾਉਣਾ ਹੈ, ਤੁਹਾਡੀ ਚਰਨਾਂ ਥੱਲੇ ਪਈ ਮਿੱਟੀ ਨੂੰ ਮੱਥੇ ਤੇ ਲਾਉਣਾ ਹੈ। ਆ ਤੁਸੀਂ ਮੇਰੇ ਵੱਡੇ ਭਰਾ ਹੋ। ਸਟੇਡੀਅਮ ਬਣਾ ਦੋ ਕਾਲੀ ਆ ਕੋਈ ਆਪ ਵਾਲਾ, ਜਿੰਨੇ ਵੀ ਐਮਐਲਏ ਮੰਤਰੀ ਬਣੇ ਸਾਰਿਆਂ ਦਾ ਸਰਕਾਰ ਟੈਕਸ ਭਰੀ ਸਾਰਾ ਟੈਕਸ। ਹੁਣ ਬਾਈ ਜੀ ਤੁਹਾਨੂੰ ਇੱਕ ਮਿੰਟ ਮੇਰੀ ਬੇਨਤੀ ਹੈ, ਬਿਸਕੁਟਾਂ ਦੀ ਗੱਲਾਂ ਨੂੰ ਪਹਿਲਾਂ ਪੁੱਛ ਕੇ ਆਇਆ ਕਰੋ। ਸੁਣ ਲਾ ਮੇਰੀ, ਸੁਣ ਲਾ ਪਹਿਲਾਂ ਸੁਣੀ ਦੀ ਹੈ। ਪਹਿਲਾਂ ਤੁਸੀਂ ਕਿਸੇ ਨੇ ਕਹਿਤਾ ਕਿ ਬਾਈ ਜੀ ਉਧਰੋਂ ਪੈਨਸ਼ਨ ਵੀ ਲਈ ਜਾਂਦੇ ਆ, ਉਧਰੋਂ ਤਨਖਾਹ ਵੀ ਲਈ ਜਾਂਦੇ ਆ। ਹੁਣ ਅੱਧੇ ਲੋਕਾਂ ਨੂੰ ਇਹ ਪਤਾ ਹੀ ਨਹੀਂ ਭਾਜੀ ਇੱਕ ਹੀ ਚੀਜ਼ ਲੈ ਸਕਦੇ ਆ, ਜਾਂ ਪੈਨਸ਼ਨ ਲੈ ਸਕਦੇ ਆ, ਤਨਖਾਹ ਲੈ ਸਕਦੇ ਆ। ਅੱਧੇ ਮੁਲਕ ਨੂੰ 90% ਨੂੰ ਇਹ ਪਤਾ ਹੈ, ਉਹ ਕਹਿੰਦੇ ਵੀ ਜਿਹੜੇ ਐਮਐਲਏ ਤਨਖਾਹ ਵੀ ਲਈ ਜਾਂਦੇ ਆ ਤੇ ਪੈਨਸ਼ਨ ਵੀ ਲਈ ਜਾਂਦੇ ਆ। ਪਹਿਲਾਂ ਤਾਂ ਅੱਜ ਇਹ ਵੀ ਗੱਲ ਕਲੀਅਰ ਕਰ ਲਓ, ਇੱਕ ਚੀਜ਼ ਲੈਂਦਾ ਜਿਹੜਾ ਹਰ ਜਾਂਦਾ। ਇੱਕ ਮਿੰਟ, ਜਿਹੜਾ ਹਰ ਜਾਂਦਾ ਸੁਣ ਲਾ ਮੇਰਾ ਭਾਈ, ਤੈਨੂੰ ਘਟਾਉਣ ਦੀ ਵੀ ਗੱਲ ਦੱਸਦਾ। ਹੈਲੋ, ਘਟਾਉਣ ਦੀ ਵੀ ਗੱਲ ਦੱਸਦਾ। ਜਿਹੜਾ ਹਰ ਜਾਂਦਾ ਉਹ ਪੈਨਸ਼ਨ ਲੈਂਦਾ, ਜਿਹੜਾ ਜਿੱਤ ਜਾਂਦਾ ਉਹ ਤਨਖਾਹ ਲੈਂਦਾ। ਜੇ ਉਹ ਦੂਜੀ ਵਾਰੀ ਹੋਵੇ, ਇਹਨਾਂ ਨੂੰ ਵੀ ਪੈਨਸ਼ਨ ਜਾਂਦੀ ਹੈ, ਟੀਚਰਾਂ ਨੂੰ ਵੀ ਪੈਨਸ਼ਨ ਜਾਂਦੀ ਹੈ। ਜਿੰਨੀ ਟੀਚਰ ਦੀ ਤਨਖਾਹ ਹੈ, ਜਿੰਨੀ ਇੱਕ ਟੀਚਰ ਦੀ ਤਨਖਾਹ ਹੈ, ਉਨੀ ਰਾਜੇ ਵੜਿੰਗ ਦੀ ਤਨਖਾਹ ਹੈ। ਇੱਕ ਮਿੰਟ ਸੁਣ ਲਓ, ਸਕੂਲ ਤੋਂ ਬਾਹਰ ਨਹੀਂ ਨਿਕਲ ਸਕਦਾ। ਤੁਸੀਂ ਅਸੀਂ 52 ਹਾਂ, ਅਸੀਂ ਤਾਂ ਤੁਹਾਡੇ ਘਰਾਂ ਚੋਂ ਸਮਾਨ ਲਿਆ ਕੇ ਲਾ ਲੈਨੇ ਆ। ਅਸੀਂ ਇੱਕ ਮਿੰਟ ਇੱਧਰ ਸੁਣ ਲਾ। ਨਹੀਂ ਭਾਈ ਜੀ, ਜਿਹੜੀ 4 ਪੈਨਸ਼ਨ ਕਿਸੇ ਦੀ 9 ਜਾਂ 4 ਪੈਨਸ਼ਨ, ਉਹ ਜਿੰਨੇ ਵਾਰੀ ਜਿੱਤਦਾ ਹੈ ਉਹਨੇ ਵਾਰੀ ਉਹਦੀ ਜਿਹੜੀ ਟੈਕਸ ਦੀ ਗੱਲ ਹੈ, ਉਹ ਟੈਕਸ ਦੀ ਗੱਲ ਕਰ ਰਹੇ। ਸਾਡਾ ਟੈਕਸ, ਸਾਰੇ ਐਮਐਲਏ ਆਪਦਾ ਟੈਕਸ ਆਪ ਭਰਦੇ ਆ, ਲੇਕਿਨ ਜਿਹੜੀ ਤਨਖਾਹ ਦਾ 1.25 ਲੱਖ ਦਾ ਟੈਕਸ ਆਉਂਦਾ ਹੈ, 16 ਨੰਬਰ ਫਾਰਮ ਪੱਤਰਕਾਰਾਂ ਨੂੰ ਵੀ ਦੱਸ ਦਿਆ ਮੇਰੇ ਭਰਾਵਾਂ ਨੂੰ, ਕੇਵਲ ਉਸ 1.25 ਲੱਖ ਦਾ ਜਿਹੜਾ 2-3 ਹਜ਼ਾਰ ਟੈਕਸ ਬਣਦਾ ਹੋਊਗਾ। ਪਹਿਲਾਂ ਘੋਖ ਲਿਆ ਕਰੋ ਗੱਲ ਨੂੰ। ਇਹ ਥੋੜੀ ਵੀ ਮੇਰੀ ਜ਼ਮੀਨ ਦਾ ਟੈਕਸ, ਮੇਰੀ ਕੋਠੀ ਦਾ ਟੈਕਸ ਉਹ ਭਰੀ ਜਾਂਦੇ ਆ ਵਿਧਾਨ ਸਭਾ ਵਾਲੇ। ਜਾਂ ਜੇ ਸਬੂਤ ਕਰਾਣੇ ਅਸੀਂ ਫਾਦੇ ਸਵਾਲ ਹੋਣਗੇ ਤਾਂ ਵਿਰੋਧੀ ਜਨਾਬ ਤੇ ਲੱਭ ਲੈਣੀ ਆ। ਭਾਈ ਜੀ ਕਹੀ ਜਾਂਦੇ ਆ ਪ੍ਰਧਾਨ ਸਾਡਾ ਕਹਿੰਦਾ 92 ਚੋਂ 1592 ਤਾਂ ਸਾਰੇ ਠੋਕਣ ਲੱਗੇ ਹੋ 92 ਤੋਂ ਲੈ ਕੇ ਹੁਣ ਤੱਕ। ਇੱਕ ਮਿੰਟ ਮੇਰੀ ਗੱਲ, ਅਸੀਂ ਤਾਂ ਇਹ ਚੀਜ਼ ਇੱਕ ਮਿੰਟ ਗੱਲ ਸੁਣੋ, ਅਸੀਂ ਤਾਂ ਇਹ ਚੀਜ਼ ਦੀ ਬੇਨਤੀ ਕਰਨਾ ਹੀ ਮਾਹੌਲ ਨਾ ਖਰਾਬ ਕਰੋ, ਠੀਕ ਹੈ ਨਾ। ਤੁਸੀਂ ਇਹ ਕੰਮਾਂ ਨੂੰ ਬੜੇ ਲੰਮਾ ਤਜਰਬਾ ਤੁਹਾਡਾ ਜ਼ਿੰਦਗੀ ਦੇ ਵਿੱਚ, ਪੋਲੀਟੀਕਲ ਤਜਰਬਾ ਵੀ ਲੰਮਾ, ਵੈਸੇ ਵੀ ਤੁਹਾਡਾ ਤਜਰਬਾ ਲੰਮਾ ਹੈ। ਤੁਸੀਂ ਸਮਝਦੇ ਇਸ ਗੱਲ ਨੂੰ ਕਿ ਇਸ ਟਾਈਮ ਕੀ ਚਾਹੀਦਾ? ਲੋਕਾਂ ਨੂੰ ਦੋ ਫਾੜ ਐ ਕਰੋ ਇੱਕ ਗੱਲ ਕਰੋ ਐ ਕਰਦੇ ਆ ਨਾ, ਆਪਾਂ ਫਸਲ ਬੀਜਦੇ ਆ, ਨਾ ਅਸੀਂ ਗਲੀ ਬਣਾਵਾਂਗੇ, ਨਾ ਅਸੀਂ ਪਾਰਕ ਬਣਾਵਾਂਗੇ, ਨਾ ਮੈਂ ਘਰੋਂ ਨਿਕਲੂੰਗਾ। ਆਪਾਂ ਸਾਰੇ ਜਾਣੇ ਸਾਰੇ ਕੰਮ ਛੱਡ ਕੇ ਆਪਾਂ ਪਹਿਲਾਂ ਸਾਰੇ ਦਿੱਲੀ ਚੱਲੀਏ। ਹੁਣ ਸਾਰਿਆਂ ਨੇ ਦਿੱਲੀ ਵਾਲਿਆ
ਕਈ ਤਾਂ ਮੇਰੇ ਅੱਗੇ ਇੱਥੇ ਹੀ ਬੈਠੇ ਤੇ ਦਿੱਲੀ ਆਪਦੀ ਥਾਂ ਤੇ ਕੋਈ ਪੈਸੇ ਦੇ ਕੇ ਬੰਦਾ ਭੇਜੀ ਜਾਂਦਾ ਹੈ। ਮੇਰੀ ਗੱਲ ਇੱਕ ਮਿੰਟ ਸੁਣੋ, ਆਪਾਂ ਸਾਰੇ ਕੰਮ ਛੱਡ ਦਿੰਦੇ ਆ, ਦੁਨਿਆਵੀ ਕੰਮ ਨਾ ਮੈਂ ਅੱਜ ਛੱਡ ਸਕਦਾ ਨਾ ਮੈਂ ਕੱਲ ਛੱਡ ਸਕਦਾ। ਮੇਰੇ ਭਾਈ, ਮੇਰੇ ਤੁਸੀਂ ਭਰਾ ਹੋ। ਹਾਂ, ਕਿਸਾਨ ਮੋਰਚੇ ਦੀ ਹਮਾਇਤ, ਬੰਦੇ ਭੇਜਣਾ ਅੱਜ ਤੋਂ ਹੀ ਐਲਾਨ, ਤੁਹਾਨੂੰ ਕੱਲ ਨੂੰ ਹੀ ਪਤਾ ਲੱਗ ਜੂਗਾ। ਪਹਿਲਾਂ ਵੀ ਭੇਜੇ ਆ, ਹੁਣ ਵੀ ਭੇਜਾਂਗੇ। ਜਿੱਥੇ ਤੁਸੀਂ ਸਾਨੂੰ ਡੰਡ ਲਾਓਗੇ ਵੀ ਇੱਥੇ ਬਾਈ 10 ਲੱਖ ਦੇ, ਇੱਥੇ 2 ਲੱਖ ਦੇ, ਇੱਥੇ 5 ਲੱਖ ਦੇ, ਉਹ ਵੀ ਦੇਊਂਗਾ, ਤੁਹਾਡੇ ਨਾਲ ਖੜਾਂਗੇ ਡਟ ਕੇ। ਪਰ ਜੇ ਤੁਸੀਂ ਇਹ ਕਹੋਗੇ ਵੀ ਭੋਗ ਤੇ ਨਹੀਂ ਜਾਣਾ, ਤੁਸੀਂ ਕੱਲ ਨੂੰ ਕਹੋਗੇ ਇਲੈਕਸ਼ਨ ਹੀ ਨਹੀਂ ਲੜਨਾ, ਫਿਰ ਕੀ ਕਰੂੰਗਾ? ਕੌਣ ਕਹਿੰਦਾ ਜੇ ਕਹੇ ਤਾਂ ਫੇਰ ਕੌਣ ਜੇ ਕਹੇ ਤਾਂ ਕਿਹਨੇ ਫੇਰ ਕਿਹਾ ਵੋਟ ਦੇਣੀ ਆ ਨਾ ਕਿਹਨੇ ਬੈਨ ਕੀਤਾ ਲੜਦੇ ਹੀ ਲੋਕ ਜੇ ਚਾਹੁੰਦੇ ਤੁਸੀਂ ਮੇਰੇ ਇੱਕ ਮਿੰਟ, ਤੁਸੀਂ ਮੇਰੇ ਭਰਾ ਹੋ। ਮਾਹੌਲ ਹੁੰਦਾ ਇੱਕ ਯਾਰ ਭੋਗ ਤੇ ਜਾਣ ਤੋਂ ਰੋਕੀ ਰੱਖਿਆ ਤੁਹਾਡੇ ਨਹੀਂ, ਤੁਹਾਡੇ ਹਰੀਆਂ ਵੋਟਾਂ ਕੋਲ ਬਾਈਕਾਟ ਕਰਕੇ ਸਿਰਿਆਂ ਤੱਕ ਕੀਤਾ ਕਿਸਾਨ ਉੱਥੇ ਬੈਠੇ ਸਾਰੇ ਰਾਜਾ ਬਣੇ ਬਾਈ ਜੀ, ਤੂੰ ਥੋੜੀ ਦੱਸੇਗਾ ਬਾਈ। ਨਹੀਂ ਯਾਰ ਬਾਈ, ਗੱਲ ਨਾ ਕਰ। ਮੈਂ ਬਾਈ ਜੀ ਦੱਸ, ਇਹ ਤੇਰੇ ਯੂਨੀਅਨ ਵਾਲੇ ਨੂੰ ਪੁੱਛ ਲੈ ਵੀ ਮੈਂ ਤਾਂ ਕੋਈ ਭੋਗ ਹੋਇਆ, ਕੋਈ ਵਿਆਹ ਹੋਇਆ, ਰਾਜਾ ਵੜਿੰਗ ਉੱਥੇ ਆ। ਤੂੰ ਕੀ ਕਹਿੰਦਾ ਬਾਈ, ਤੂੰ 4.5 ਵਿਖੇ ਨਹੀਂ ਐਨ ਹੈ ਯਾਰ ਬਾਈ, ਕਰ ਮੇਰੀ ਮਿਹਨਤ ਹੈ। ਹਰਿਆਣਾ ਅਖਬਾਰ 'ਚ ਕਿਸਾਨ ਦੀ ਖੁਦਕੁਸ਼ੀ ਦੀ ਖਬਰ ਆਉਂਦੀ ਸੀ ਕਿ ਨਹੀਂ? ਜਿੱਥੇ ਖੁਦਕੁਸ਼ੀ ਮੇਰੇ ਇਲਾਕੇ 'ਚ ਹੋਈ, ਮੈਂ ਕਿਸਾਨ ਦੀ ਖੁਦਕੁਸ਼ੀ ਤੇ ਪਹੁੰਚਿਆ ਵੀ, ਸੰਸਕਾਰ ਤੇ। ਯਾਰ ਗੱਲਾਂ ਇਸ ਪਾਸੇ ਨਾ ਛੱਡੋ ਕਰੋ ਯਾਰ। ਇਹ ਬਾਹਲੀਆਂ ਲੰਬੀਆਂ ਚੌੜੀਆਂ ਸਾਡੀ ਲਾਸਟ ਵੈਸੇ ਹੈ ਜੀ ਵੀ ਥੋੜਾ ਮਾਹੌਲ ਨੂੰ ਸੰਭਾਲੋ। ਸਾਡੇ ਕਾਂਗਰਸੀ ਕਾਜ ਤਾਂ ਸਾਡੇ ਸਹੀ ਹੋ ਗਏ ਦੂਜੇ ਜਿਹੜੇ ਭਰੇ ਸਾਰੇ ਰੱਦ ਹੋ ਗਏ ਹਜੇ ਤੁਸੀਂ ਸਹੀ ਬਣ ਕੇ ਬਖਾਉਣੇ ਤੁਹਾਨੂੰ ਵੋਟਾਂ ਚੁਣ ਕੇ ਭੇਜਿਆ ਸੀ, ਅਸੀਂ ਬੇਨਤੀ ਕਰਦੇ ਹਾਂ ਵੀ ਮਾਹੌਲ ਨੂੰ ਰਹਿਣ। ਮੈਂ ਮਾਹੌਲ ਵੀ ਖਰਾਬ ਨਹੀਂ ਹੋਣ ਦੇਵਾਂਗਾ, ਤੁਹਾਡੇ ਨਾਲ ਵਾਅਦਾ ਕਰਦਾ, ਕੋਸ਼ਿਸ਼ ਕਰੂੰਗਾ। ਦੂਜਾ ਗੱਲ, ਤੁਹਾਡੇ ਹੁਕਮ ਜੋ ਕੀਤੇ ਆ ਜਥੇਬੰਦੀਆਂ ਨੇ, ਉਹਦੇ ਤੇ 90% ਪੂਰਾ ਉਤਰਨ ਦੀ ਕੋਸ਼ਿਸ਼ ਕਰੂੰਗਾ, ਤੁਹਾਡੇ ਨਾਲ ਵਾਅਦਾ ਕਰਦਾ। ਤੁਹਾਡਾ ਦਿਲ ਨਾ ਦੁਖੇ, ਮੈਂ ਕੋਸ਼ਿਸ਼ ਕਰੂੰਗਾ ਵੀ ਕਿਸੇ ਪ੍ਰਕਾਰ ਤੁਹਾਡਾ ਦਿਲ ਨਾ ਦੁਖੇ, ਇਹ ਵੀ 100% ਕਿਸੇ ਦੇ ਭੋਗ ਤੇ ਗਏ ਆਪਣੀ ਨਿੱਜੀ ਹਮਦਰਦੀ ਦੇ ਪਹੁੰਚਣਾ ਸਾਡੇ ਪਰ ਆ ਚੀਜ਼ਾਂ ਨੂੰ ਮੈਨੂੰ ਪਤਾ ਹੈ ਤੁਸੀਂ ਇਹਦਾ ਬੱਚੇ ਨੂੰ ਕਰਵਾ ਦੋਗੇ ਛੋਟੇ ਬੱਚੇ ਨੂੰ ਸੱਦ ਲਓ, ਇਹ ਬੰਦੇ ਬੱਚੇ ਨੂੰ ਭੇਜ ਦਿਓ ਘੱਟ ਕਰਕੇ ਚੰਗੀ ਚੀਜ਼ ਆ। ਹੁਣ ਬੱਚੇ ਨੂੰ ਮੈਂ ਇਹਨਾਂ ਨੂੰ ਕਿਹਾ ਸੀ ਵੀ ਇਸੇ ਸੈਰ ਕਰਨ ਵਾਲਾ ਬਣਾਓ। ਦੂਜੇ ਬੱਚੇ ਕਹਿੰਦੇ, ਆ ਮੁੰਡੇ ਕਹਿੰਦੇ ਅਸੀਂ ਭੱਜਣ ਵਾਲਾ ਬਣਾਉਣਾ। ਫਿਰ ਮੌਕੇ ਤੇ ਐਕਸ਼ਨ ਸੱਦਿਆ ਵੀ ਉਹ ਕਹਿੰਦਾ 20 ਲੱਖ ਹੋਰ ਐਕਸਟਰਾ ਲੱਗੂਗਾ। ਫਿਰ ਇਹ ਕਿਸੇ ਕੋਲੇ ਕੀ ਕਰਨਾ ਯਾਰ, ਭਰਤੀ ਆ ਗਈ, ਇਹਨਾਂ ਦੇ ਲੱਗੇ ਪਏ ਕਿਉਂ ਐਵੇਂ ਭਾਈ ਦੇ ਜਿਹੜਾ ਆਪਾਂ ਬਣਾਉਣਾ ਤੁਸੀਂ ਲੱਗੇ ਪਏ ਹੋ ਤਾਂ ਜੀ। ਸੁਣੋ ਐ ਜਦੋਂ ਬਾਬਾ ਨਾਨਕ 13 ਵਾਰ ਸੀ ਇਹ ਤਾਂ ਕਹੀ ਜਾਣੇ, ਕੋਈ ਸਾਰਾ ਜੱਗ ਬਾਬੇ ਨਾਨਕ ਨੇ ਵੀ ਨਹੀਂ ਤਾਰਿਆ ਮਹਾਰਾਜ। ਲੱਗੇ ਪਏ ਆ ਜੀ। ਸੋ ਮੈਂ ਤੁਹਾਡੇ ਵਾਅਦਿਆਂ ਤੇ ਜੋ ਤੁਸੀਂ ਹੁਕਮ ਲਾਇਆ 90% ਪੂਰਾ ਉਤਰਨ ਦੀ ਕੋਸ਼ਿਸ਼ ਕਰੂੰਗਾ। ਜਥੇਬੰਦੀਆਂ ਤੋਂ ਇੱਕ ਮਿੰਟ ਸੁਣ ਲਓ, ਅਖੀਰਲੀ ਗੱਲ ਦੇਖੋ, ਮੈਂ ਰਾਜਾ ਵੜਿੰਗ ਜਥੇਬੰਦੀ ਤੋਂ ਉੱਤੇ ਨਹੀਂ ਹਾਂ, ਮੈਂ ਕਿਸੇ ਕਿਸਾਨ ਆਗੂ ਤੋਂ ਉੱਤੇ ਨਹੀਂ ਹਾਂ। ਰਾਜੇ ਵੜਿੰਗ ਦਾ ਜੋ ਵਜੂਦ ਹੈ ਇਹਨਾਂ ਕਿਸਾਨਾਂ ਦਾ ਬਣਾਇਆ ਗਿਆ ਹੈ, ਤੁਹਾਡੇ ਕਰਕੇ ਮੈਂ ਬਣਿਆ। ਮੈਂ ਤੁਹਾਡਾ ਕਿਤੇ ਕੋਈ ਵਿਰੋਧ ਨਾ ਕਰਾਂ, ਨਾ ਕਿਸੇ ਨੂੰ ਕਰਨ ਦੇਵਾਂ, ਨਾ ਤੁਹਾਡੇ ਖਿਲਾਫ ਚੱਲਣਾ, ਨਾ ਕੋਈ ਮੈਂ ਪ੍ਰੋਗਰਾਮ ਤਾਰ ਪੀਡੋ ਕਰਾਂ। ਮੈਂ ਤੁਹਾਡਾ ਹੈ। ਪਰ ਜਿੱਥੇ ਕਈ ਵਾਰੀ ਆ ਮਾੜੀ ਜੀ ਆਪਾਂ ਆਰਗੂਮੈਂਟ ਕੀਤੀ ਜਾਂ ਗੱਲ ਵੀ ਯਾਰ ਬੰਨਣੇ ਵਾਲੀ ਗੱਲ, ਜਾਂ ਉੱਥੇ ਜੇ ਮੈਂ ਜਵਾਬ ਦੇਵਾਂਗਾ ਉਹਨੂੰ ਗੁੱਸਾ ਨਾ ਸਮਝੋ, ਉਹ ਮੈਂ ਤੁਹਾਨੂੰ ਸੱਚੀ ਗੱਲ ਦੱਸੂਗਾ। ਪਰ ਮੈਂ ਜਥੇਬੰਦੀਆਂ ਤੋਂ ਉੱਤੇ ਨਹੀਂ, ਜੋ ਜਥੇਬੰਦੀਆਂ ਹੁਕਮ ਲਾਉਣੀਆਂ ਅਸੀਂ ਮੰਨਾਂਗੇ। ਪਰ ਮੇਰੀ ਇੱਕ ਬੇਨਤੀ ਹੈ, ਆ 6 ਮਹੀਨੇ ਰਹਿ ਗਏ, ਤੁਸੀਂ ਸਾਰੇ ਸਵਾਲ ਜਦੋਂ ਮੈਂ ਭਾਸ਼ਣ ਦੇਊਂਗਾ ਪੁੱਛ ਸਕਦੇ ਹੋ। ਕੰਮ ਕੁਮ ਜੇ ਮਾੜੇ ਜੇ ਹੁੰਦੇ ਆ, ਮੈਂ ਤੁਹਾਡੇ ਤੋਂ ਹੱਥ ਜੋੜ ਕੇ ਬੇਨਤੀ ਕਰਦਾ ਟੈਕਟਾਂ ਲਾਓਗੇ ਯਾਰ ਟਿਕਟ ਭਾਵੇਂ ਮਿਲੇ ਨਾ ਤੇ ਮੈਂ ਕੰਮ ਕਰਾਂਗਾ। ਤੂੰ ਮੇਰੀ ਟਿਕਟ ਨਹੀਂ ਲਗਾਵੇ। ਫਿਰ ਕਿਸਾਨ ਨਹੀਂ ਕਿਸਾਨੀ ਨਹੀਂ ਚਾਹੀਦੀ। ਲਾਸਟ ਗੱਲ ਹੈ ਜੀ ਤੁਹਾਡੀ ਪ੍ਰਧਾਨ, ਮੈਂ ਤੇਰੇ ਕੋਈ ਚਰਨਾ ਚ ਮੈਨੂੰ ਕਰਿਆ ਮੈਂ ਤੇਰੇ ਪੈਰੀ ਹੱਥ ਲਾਣਾ, ਤੂੰ ਮੇਰਾ ਭਰਾ, ਮੈਂ ਕੀ ਕਰ ਸਕਦਾ। ਤੁਹਾਡੀ ਚੁੱਪ ਇਸ ਤਾਂ ਬਹੁਤ ਫਾਇਦੇਮੰਦ ਹੈ। ਤੁਹਾਡੀ ਚੁੱਪ ਤੁਹਾਡੇ ਫਾਇਦੇ 'ਚ ਜਾਊਗੀ ਸਾਡੀ। ਬਹੁਤ ਵਧੀਆ ਗੱਲਾਂ ਕੀਤੀਆਂ। ਦੇਖੋ ਇਹ ਨਹੀਂ ਕਿ ਵੋਟ ਕਿਹਨੂੰ ਪੈਣੀ, ਮੈਨੂੰ ਨਹੀਂ ਪਤਾ ਮੈਂ ਕਿਹਨੂੰ ਵੋਟ ਪਾਈ ਮੈਂ ਇਸ ਸਾਡਾ ਟਾਈਮ ਨਹੀਂ ਤੂੰ ਮੈਨੂੰ ਪਾਈ ਹੈ। ਮੈਂ ਹੋ ਸਕਦਾ ਜਾਂ ਹੋ ਨਹੀਂ ਪਤਾ, ਪਰ ਮੈਂ ਸਲਾਹ ਦੇਣਾ ਇਸ ਟਾਈਮ ਤੁਹਾਡੀ ਚੁੱਪ ਤੁਹਾਡੇ ਫਾਇਦੇ 'ਚ। ਇਹਨੇ ਮੈਨੂੰ ਪਾਸੋਂ ਚੌਥੇ ਆ ਕਿਤੇ ਬੀਜੇਪੀ ਨੂੰ ਲੋਕਾਂ ਨੇ ਪਾਈ ਹੈ ਸੁਣਦਾ ਲੈ, ਇਹਨੇ ਮੈਨੂੰ 5-4 ਗਾਲਾਂ ਕੱਢ, ਉਹ ਮੈਨੂੰ ਕੋਈ ਨਹੀਂ ਮੇਰੇ ਕੋਲੇ ਜਾ ਕੇ ਪੁੱਛਣਾ ਇਕੱਲਾ ਸੀ। ਨਾਲ ਮਾਰੀ ਗੱਲ ਉਹ ਯਾਰ ਉਹਨੇ ਕਿਹਾ ਮੈਂ ਇਹਨੂੰ ਸਮਝਾਇਆ, ਸੁਣ ਲਾ ਕੋਈ ਪੁੱਛ ਨਹੀਂ, ਕੋਈ ਬੰਦਾ ਨਹੀਂ। ਇਹ ਕੁੱਤੋਂ ਬੋਲਿਆ ਮੈਂ ਉਹਦੇ ਦੋ ਮਾਰੇ ਧੱਫੇ ਜੇ ਕੋਲੇ ਜਾ ਦੇ ਮੈਂ ਅਸੀਂ ਦੋਵੇਂ ਸੀ। ਮੁਰਦਾਬਾਦ
ਰਾਜਾ ਬਣੇ ਮੁਰਦਾਬਾਦ ਪੰਜਾਬ ਸਿੰਘ ਤੂੰ ਐ ਕਰਦਾ ਪਤੰਦਾ ਜਿਵੇਂ ਮੇਰੇ ਕੋਲ ਸੁਣ ਮਾਰ ਇਹਦਾ ਜਵਾਬ ਮੈਂ ਦਿੰਦਾ ਚਲੋ ਇਹ ਵਧੀਆ ਤੁਸੀਂ ਚੌਂਕ ਚਲਾਉਂਦੇ ਦੇਖਦੇ ਹੁੰਦੇ ਸੀ ਕਿਹੜਾ ਕੀਤੇ ਇਹ ਸਾਡਾ ਹੀ ਭਰਾ ਧਰਨਾ ਹੀ ਲਾਉਂਦੇ ਰਹੇ ਕਚਹਿਰੀ ਜਵਾਬ ਮੈਂ ਮੁਰਦਾਬਾਦੀ ਕਹਿੰਦੇ ਬਾਦ ਇਹਦਾ ਜਵਾਬ ਅਸੀਂ ਫਿਰ ਕਿਤੇ ਉਹ ਮੈਂ ਕਿਦੋਂ ਕਹਿੰਦਾ ਮੈਂ ਕਹਿੰਦਾ ਮੁਰਦਾਬਾਦ ਹੈ ਇਹਦਾ ਜਵਾਬ ਮੈਂ ਦਿੰਦਾ ਅਗਰ ਤੈਨੂੰ ਐਮਐਲਏ ਲੜਾਉਣਾ ਹੈਲੋ ਇਹਦਾ ਜਵਾਬ ਐਮਐਲਏ ਸਾਹਿਬ ਨੂੰ ਮੈਂ ਦਿੰਦਾ। ਇਹ ਇੱਕ ਉਮਰ ਹੁੰਦੀ ਆ ਅਗਰੈਸਿਵ ਹੋਣ ਦੀ। ਤੁਹਾਡੀ ਵੀ ਉਮਰ ਹੈ, ਤੁਸੀਂ ਵੀ ਇਹ ਉਮਰ ਚੋਂ ਨਿਕਲ ਕੇ ਆਏ ਹੋ, ਅਸੀਂ ਵੀ ਇਹ ਉਮਰ ਚ ਹੈਗੇ ਆ। ਅਗਰੈਸਿਵ ਹੋਣਾ ਇਸ ਟਾਈਮ ਚ ਬੰਦ ਹੈ। ਜੇ ਸ਼ਹੀਦੇ ਆਜਮ ਸਰਦਾਰ ਭਗਤ ਸਿੰਘ ਜੀ ਜੇ ਅਗਰੈਸਿਵ ਨਾ ਹੁੰਦੇ ਨਾ ਤਾਂ ਅੱਜ ਗੋਰੇ ਆਪਣੇ ਦੇ ਚਪੇੜੇ ਮਾਰਦੇ ਹੁੰਦੇ ਹਰੇਕ ਦੇ। ਜੇ ਉਹ ਬੰਦੇ ਜੇ ਨਾ ਉਹ ਕਰਦੇ ਤਾਂ ਤੁਸੀਂ ਵੀ ਅਗਰੈਸਿਵ ਹੁੰਦੇ ਹੋ ਕਿਸੇ ਜਗ੍ਹਾ ਤੇ ਹੁੰਦੇ ਹੋ। ਨਹੀਂ ਮੇਰੀ ਗੱਲ ਸੁਣੋ, ਚਾਹੇ ਕਿਵੇਂ ਵੀ ਆ ਅਗਰੈਸਿਵ ਹੁੰਦੇ ਆ ਅਸੀਂ। ਅਗਰੈਸਿਵ ਇੱਕ ਮਿੰਟ ਅਗਰੈਸਿਵ ਹੋਣਾ ਇੱਕ ਪੋਜ਼ਿਟਿਵ ਹੀ ਆ। ਜੇ ਆਪਣੇ ਹੱਕਾਂ ਲਈ ਆਪਾਂ ਅਗਰੈਸਿਵ ਹੋ ਸਕਦੇ ਆ ਨਾ, ਇਸ ਤੋਂ ਵੱਡੀ ਗੱਲ ਕੋਈ ਨਹੀਂ। ਤੇਰਾ ਕੋਈ ਕਸੂਰ ਨਹੀਂ। ਹਾਂਜੀ ਮੈਂ ਤਾਂ ਵੈਸੇ ਤੇ ਕੋਲੇ ਆ ਕੇ ਕੀ ਕਿਹਾ ਨਹੀਂ ਮੈਨੂੰ ਕੋਈ ਗਿਲਾ ਨਹੀਂ। ਸਾਡੇ ਜਿਹੜੇ ਹੈਗੇ ਐਮਐਲਏ ਸਾਹਿਬ ਵਧੀਆ ਬੰਦੇ ਆ, ਪਰ ਮੈਨੂੰ ਮਿਲਿਆ ਪਿਆਰ ਨਾਲ ਮੇਰੇ ਨਾਲ ਗੱਲਬਾਤ ਕੀਤੀ ਆ। ਪਰ ਕੁਝ ਸ਼ਰਾਰਤੀ ਅਨਸਰ ਪਿੰਡਾਂ ਵਾਲੇ ਹੁੰਦੇ ਆ ਜਿਹੜੇ ਆਉਂਦੇ ਆ, ਪਰ ਇਹਨਾਂ ਨੇ ਬਹੁਤ ਇੱਕ ਮਿੰਟ ਜੀ ਮੈਂ ਸਾਰੀ ਗੱਲ ਦਾ ਜਵਾਬ ਦੇ ਦੇਣਾ। ਤਾਂ ਤੁਸੀਂ ਜਿਹੜਾ ਹੈਗਾ ਉਹ ਇਹਨਾਂ ਨੇ ਵਧੀਆ ਉਹਨਾਂ ਨੂੰ ਤਰੀਕੇ ਨਾਲ ਸਮਝਾਇਆ। ਐਸਐਚਓ ਸਾਹਿਬ ਵੀ ਸੀਗੇ ਉੱਥੇ। ਐਸਐਚਓ ਸਾਹਿਬ ਨੇ ਮੈਨੂੰ ਕਿਹਾ ਕਾਕਾ ਇਹ ਕੰਮ ਨਹੀਂ ਕਰੀਦਾ ਹੁੰਦਾ। ਇਹਨਾਂ ਨੇ ਮੈਨੂੰ ਇੱਕ ਗੱਲ ਕਹੀ ਆ। ਤੇ ਪਰ ਜਦੋਂ ਆਪਾਂ ਐਮਐਲਏ ਸਾਹਿਬ ਆ ਗਏ, ਉਹਨਾਂ ਦੇ ਹੁੰਦਿਆਂ ਆਪਾਂ ਸਵਾਲ ਜਵਾਬ ਕੀਤੇ, ਵਧੀਆ ਪਿਆਰ ਨਾਲ ਗੱਲ ਕੀਤੀ, ਤਾਂ ਆਪਾਂ ਨੂੰ ਇਹਨਾਂ ਨੇ ਸਮਝਾਇਆ ਹੀ ਆ ਕਿ ਵੀ ਤੁਸੀਂ ਵਧੀਆ ਕੰਮ ਕਰ ਰਹੇ ਹੋ ਤੇ ਵੀ ਇਹ ਕੰਮ ਕਰਨੇ ਵੀ ਚਾਹੀਦੇ ਆ। ਅੱਜ ਅਸੀਂ ਅਪੀਲ ਕਰਦੇ ਹਾਂ ਨੌਜਵਾਨਾਂ ਨੂੰ। ਸ਼ਹੀਦੇ ਆਜਮ ਸਰਦਾਰ ਭਗਤ ਸਿੰਘ ਜੀ 23 ਸਾਲ ਦੀ ਉਮਰ ਸੀ, ਉਹ ਫਾਂਸੀ ਤੇ ਚੜ ਗਏ ਸੀ। ਕਿਹਦੇ ਵਾਸਤੇ? ਇਹ ਯਾਰ ਆਪਣੇ ਵਾਸਤੇ। ਯਾਰ ਤੁਸੀਂ ਕਹਿੰਦੇ ਹੋ ਭਗਤ ਸਿੰਘ ਜੰਮੇ ਜ਼ਰੂਰ, ਪਰ ਜੰਮੇ ਗਵਾਂਢੀਆਂ ਦੇ। ਕਿਉਂ ਤੁਹਾਡੇ ਕਿਉਂ ਨਾ ਜੰਮੇ ਬਈ? ਇਹ ਇੱਕ ਫੇਰ ਬਣਾਉਣੀ ਪਊਗੀ। ਜਿੰਨਾ ਟਾਈਮ ਆਪਾਂ ਵੇ ਨਹੀਂ ਬਣਾਉਂਦੇ ਨਾ ਤਾਂ ਦੁਨੀਆ ਤੁਹਾਡੇ ਮਗਰ ਨਹੀਂ ਲੱਗ ਸਕਦੀ। ਇੱਕ ਬੰਦੇ ਨੂੰ ਅੱਗੇ ਆਉਣਾ ਪੈਂਦਾ। ਸ਼ਹੀਦੇ ਆਜਮ ਸਰਦਾਰ ਭਗਤ ਸਿੰਘ ਜੀ 23 ਸਾਲ ਦੀ ਉਮਰ ਦੇ ਵਿੱਚ ਜਿਹੜਾ ਅੱਗੇ ਆਏ ਸੀਗੇ ਤੇ ਉਹਨਾਂ ਨੇ ਪੂਰੇ ਦੇਸ਼ ਨੂੰ ਜਾਗ ਲਾ ਦਿੱਤਾ ਸੀ ਤੇ ਆਜ਼ਾਦੀ ਦਵਾਈ ਸੀ। ਇਹ ਚਰਖੇ ਕੱਟ ਕੇ ਕੱਲੀ ਆਜ਼ਾਦੀ ਨਹੀਂ ਆਈ। ਜਿੰਨਾ ਟਾਈਮ ਉਹ ਸੋਚ ਨੂੰ ਪੜ੍ਹੋਗੇ ਨਾ, ਲੈਨਿਨ ਦੀ ਕਿਤਾਬ ਦਾ ਜਿਹੜਾ ਪੱਤਾ ਜਿਹੜਾ ਸ਼ਹੀਦੇ ਆਜਮ ਸਰਦਾਰ ਭਗਤ ਸਿੰਘ ਜੀ ਜੇਲ੍ਹ 'ਚ ਬੰਦ ਕਰਕੇ ਗਏ ਸੀ, ਜਿੰਨਾ ਟਾਈਮ ਤੁਸੀਂ ਉਹ ਨਹੀਂ ਨਾ ਖੋਲਦੇ, ਉਹਨਾਂ ਟਾਈਮ ਤੁਹਾਡਾ ਭਵਿੱਖ ਧੁੰਦਲਾ। ਇਹ ਅਸੀਂ ਬੇਨਤੀ ਕਰਦੇ ਆ ਵੀ ਉਹਨਾਂ ਦੀ ਸੋਚ ਨੂੰ ਅਪਣਾਓ, ਉਹਨਾਂ ਨੂੰ ਫਰੰਟ ਤੇ ਲੈ ਕੇ ਚੱਲੋ। ਤੁਹਾਨੂੰ ਫੇਰ ਪਤਾ ਲੱਗੂਗਾ ਜ਼ਿੰਦਗੀ ਜਿਉਣ ਦਾ ਮਕਸਦ ਕੀ ਆ। ਅਸੀਂ ਕਦਰਦਾਨ ਉਹਨਾਂ ਨੂੰ ਹੋਣਾ, ਆਪਾਂ ਨੂੰ ਉਹਨਾਂ ਦਾ ਹੋਣਾ ਚਾਹੀਦਾ ਜਿਨ੍ਹਾਂ ਨੇ ਯਾਰ 23 ਸਾਲ ਦੀ ਉਮਰ ਦੇ ਵਿੱਚ ਵੀ ਆਪਣੇ ਲਈ ਜਾਨਾਂ ਗਵਾਤੀਆਂ। ਤੇ ਆਪਾਂ ਯਾਰ ਆਪਣੇ ਸਿਸਟਮ ਨਾਲ ਲੜਨਾ ਨਹੀਂ ਚਾਹੁੰਦੇ। ਇਹ ਬਿਜਲੀ ਦੀ ਬੰਦੇ ਪਏ ਆ, ਪਰਚੀ ਹਰੇਕ ਤੋਂ ਮੋਟਰਸਾਈਕਲ ਦੀ, ਹਰੇਕ ਦੀ ਹਸਪਤਾਲ 'ਚ ਜਾੜੋ ਸਰਕਾਰੀ 'ਚ। ਪਹਿਲੀ ਗੱਲ ਤਾਂ ਅਸੀਂ ਇਹ ਮੰਨਦੇ ਆ ਵੀ ਸਰਕਾਰੀ ਥਾਂ ਹੀ ਹੁੰਦੀ ਹੈ ਕਿਤੇ ਰੁਕਣ ਨੂੰ ਜਾਂ ਖੜਨ ਨੂੰ। ਜੇ ਤੁਸੀਂ ਉੱਥੇ ਵੀ ਨਾ ਸਾਨੂੰ ਵਰਨ ਦੇਵੋਗੇ ਤੇ ਦੁਕਾਨਦਾਰ ਆਪਦੀ ਦੁਕਾਨ 'ਚ ਤਾਂ ਸਾਡਾ ਮੋਟਰਸਾਈਕਲ ਲਵਾਉਂਦਾ ਨਹੀਂ। ਇਹ ਮੈਂ ਪ੍ਰਧਾਨ ਜੀ ਅਸੀਂ ਉਹਨਾਂ ਨਾਲ ਗੱਲ ਕਰਕੇ ਕਰਾ। ਕਚਹਿਰੀਆਂ ਦੇ ਵਿੱਚ ਵੀ ਪਰਚੀ ਹਰੇਕ ਬੰਦੇ ਦੀ ਕੱਟੀ ਦੀ ਹੈ। ਹਸਪਤਾਲ 'ਚ ਵੀ ਅਗਲੇ ਨੇ ਲੈ ਕੇ ਤਾਂ ਮਰੀਜ਼ ਆਉਣਾ ਹੁੰਦਾ। ਉੱਥੇ ਕਿਹੜਾ ਕੋਈ ਸਿਨੇਮਾ ਵੀ ਇੱਥੇ ਪਾਰਕਿੰਗ ਲੱਗਦੀ ਹੈ। ਬਾਕੀ ਹੁਣ ਕਿਰਪਾ ਕਰਕੇ ਜੀ ਅੱਗੇ ਤੋਂ ਬਾਕੀ ਪਿੰਡਾਂ 'ਚ ਹੁਣ ਕਿਹੜਾ ਮਿਹਰ ਰੱਖਿਓ, ਹੋਰ ਪਿੰਡਾਂ 'ਚ ਆਪਦੇ ਦੌਰੇ ਘਟਾਓ, ਹੋਰ ਨਾ ਹੁਣ ਕਿਸੇ ਪਿੰਡ 'ਚ ਵੀ ਜਾਇਓ। ਮਿੰਟਾਂ ਅਸੀਂ ਅਕਾਲੀ ਦਲ ਨੂੰ ਵੀ ਆਖਾਂਗੇ, ਆਮ ਆਦਮੀ ਦੇ ਵੀ ਪ੍ਰੋਗਰਾਮ ਰੱਦ ਕਰਾਏ ਆ ਤੇ ਅਕਾਲੀ ਦਲ ਦੇ ਵੀ ਕਰਾ ਦਾਂਗੇ। ਸਾਰੇ ਤਾਂ ਟਿਕ ਜਾਓ, ਜੇ ਤਾਂ ਹੋਵੇ ਦੂਜਾ ਆਵੇ। ਮੰਡੀਆਂ ਦੇ ਉਦਘਾਟਨ ਕਰਕੇ ਆਇਆ ਹਾਏ ਰੱਬਾ। ਮੰਡੀਆਂ ਦੇ ਜੀ ਕੋਈ ਨਹੀਂ ਉਦਘਾਟਨ ਕਰ ਦੇਣਗੇ। ਤੁਹਾਡੇ ਮੁਲਾਜ਼ਮ ਹੈਗੇ ਆ, ਸੋਥੋਂ ਅੱਗੇ ਮੁਲਾਜ਼ਮਾਂ ਨੂੰ ਭੇਜ ਦਿਓ। ਤੁਹਾਡੇ ਕੋਲੇ ਬਹੁਤ ਅਮਲਾ ਫੈਲਾ ਆਵੇ, ਸਾਡੇ ਤੇ ਵੀ ਹੁਣ ਅਮਲਾ ਫੈਲਾ ਲਾਇਆ ਹੀ ਆ ਇੱਥੇ। ਮੈਂ ਨਹੀਂ ਤੇ ਇਹਨਾਂ ਨੇ ਅੱਜ ਮੇਰੀ ਟੌਰ ਜਿਵੇਂ ਮੈਂ ਇਹਨਾਂ ਨੂੰ ਆਖਿਆ
ਜੇ ਕਿਸਾਨ ਅੱਜ ਉਹਦਾ ਕਿੰਨੀ ਟੌਰ ਸੀ ਮੇਰੀ, ਜਿਵੇਂ ਮੁੱਖ ਮੰਤਰੀ ਜਾਂਦਾ ਹੁੰਦਾ ਪਿੰਡਾਂ ਦੇ ਵਿੱਚ, ਓਏ ਇੱਕ ਪਾਣੀ ਵਾਲੀ ਚੱਲੇ ਮੇਰੇ ਨਾਲ, ਇੱਕ ਦੂਜੀ ਚੱਲੇ ਵੀ ਤੂੰ ਤਾਂ ਆਉਂਦੇ ਨਹੀਂ, ਮੈਂ ਕਿਹਾ ਡੀਐਸਪੀ ਐਸਪੀ ਨੂੰ ਅੱਜ ਨਜ਼ਾਰਾ ਇਹ ਮਹਾਰਾਜ ਰੋਜ਼ ਕਹਿ ਦਿਆ ਕਰੋ ਨਾ, ਤੇ ਮੇਰੀ 2-3000 ਵਧਾ ਲਾਂ, ਮਗਰ ਮੇਰੇ ਐ ਫਿਰਦੇ ਆ ਉੱਥੇ ਕੰਮ ਕੁਮ ਕਰਾ ਲੈਂਦੇ। ਇਹ ਤਾਂ ਆਪਣੇ ਕਲਚਰ ਹੈ ਜੀ, ਜਿਹੜਾ ਤੁਸੀਂ ਨਾਲੇ ਨਾਰਾ ਵੀ ਦਿੱਤਾ ਸੀ ਵੀਆਈਪੀ ਕਲਚਰ ਖਤਮ ਕਰਾਂਗੇ, ਪਰ ਇਹ ਤਾਂ ਆਪਣੇ ਇਹੋ ਹੀ ਆ, ਕਲਚਰ ਹੀ ਆ। ਇਹ ਬਾਹਰ ਹੀ ਹੈ ਜਿਹੜਾ ਪ੍ਰਧਾਨ ਮੰਤਰੀ ਗੋਦੀ ਚੱਕ ਕੇ ਮੁੰਡੇ ਨੂੰ ਤੁਰਿਆ ਜਾਂਦਾ ਹੁੰਦਾ, ਇੱਥੇ ਦੇ ਗੱਡੀਆਂ ਦੇ ਕਾਫਲੇ ਜਾਂਦੇ ਆ ਜਿੱਧਰ ਨੂੰ ਜਾਂਦੇ ਆ, ਚਾਹੇ ਕੋਈ ਚੇਅਰਮੈਨ ਹੋਵੇ ਚਾਹੇ ਕੋਈ ਐਮਐਲਏ ਹੋਵੇ। ਮਾੜਾ ਖਤਮ ਹੋ ਗਿਆ ਨਾ, ਮੈਂ ਨਹੀਂ ਕਿਹਾ ਸੀ, ਉਹਨਾਂ ਨੇ ਮੰਤਰੀ ਨੇ ਕਿਹਾ ਸੀ। ਤੁਸੀਂ ਮੰਤਰੀ ਮੈਨੂੰ ਇੱਕ ਕਿਸਾਨ ਏਕਤਾ ਜਿੰਦਾਬਾਦ, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ। ਤਾਂ ਸਤਿ ਸ੍ਰੀ ਅਕਾਲ ਜੀ। ਚਲੋ ਤਾਂ ਅੱਗੇ ਤੋਂ ਅਸੀਂ ਸਾਰੀ ਬੇਨਤੀ ਕਰਦੇ ਆਂ ਆਪਦੇ ਭਰਾਵਾਂ ਨੂੰ ਕਿ ਆਪਾਂ ਇਹਨਾਂ ਨੂੰ ਬੁਲਾਉਣ ਤੋਂ ਗੁਰੇਜ਼ ਕਰੀਏ, ਚਾਹੇ ਕੋਈ ਵੀ ਪਾਰਟੀ ਹੈ। ਤੇ ਜਿੰਨਾ ਚਿਰ ਆਪਣਾ ਕਿਸਾਨੀ ਮੋਰਚਾ ਚੱਲ ਰਿਹਾ ਉਹਨਾਂ ਚਿਰ ਕਿਰਪਾ ਕਰਕੇ ਕੋਈ ਵੀ ਕਿਸੇ ਵੀ ਸਿਆਸੀ ਪਾਰਟੀ ਦੇ ਆਗੂ ਨੂੰ ਆਪਣੇ ਘਰ ਦੇ ਵਿੱਚ ਨਾ ਬੁਲਾਓ, ਤਾਂ ਜੋ ਆਪਣਾ ਉਧਰ ਕਿਸਾਨੀ ਮੋਰਚੇ ਤੋਂ ਧਿਆਨ ਨਾ ਭਟਕਿਆ ਜਾਵੇ। ਗਿੱਦੜਬਾਹਾ ਦੇ ਵਿੱਚ ਕਿਸਾਨਾਂ ਦੇ ਵੱਲੋਂ ਰਾਜਾ ਵੜਿੰਗ ਨਾਲ ਵਧੀਆ ਢੰਗ ਦੇ ਨਾਲ ਬਹਿਸ ਕੀਤੀ ਗਈ ਹੈ। ਤੁਹਾਨੂੰ ਅਸੀਂ ਲਾਈਵ ਇਹ ਤਸਵੀਰਾਂ ਵਿਖਾਈਆਂ। ਬੜੇ ਸੋਹਣੇ ਅੰਦਾਜ਼ ਦੇ ਵਿੱਚ ਕਿਸਾਨਾਂ ਨੇ ਜਿਹੜੇ ਵੜਿੰਗ ਸਾਹਿਬ ਤੋਂ ਸਵਾਲ ਜਵਾਬ ਮੰਗੇ ਆ, ਤੇ ਉਹਨਾਂ ਦੇ ਵੜਿੰਗ ਸਾਹਿਬ ਨੇ ਵੀ ਵਧੀਆ ਤਰੀਕੇ ਦੇ ਨਾਲ ਜਿਹੜੇ ਸਾਰੇ ਸਵਾਲ ਜਵਾਬ ਕੀਤੇ ਆ, ਤੇ ਬਹੁਤ ਹੀ ਕਾਫੀ ਸਮਾਂ ਇਹ ਜਿਹੜੇ ਸਵਾਲ ਜਵਾਬ ਹੋਏ ਆ ਇੱਥੇ, ਤੇ ਮਾਹੌਲ ਵਧੀਆ ਰਿਹਾ। ਇਸ ਤਰ੍ਹਾਂ ਦੇ ਸਵਾਲ ਜਵਾਬ ਹੋਣੇ ਚਾਹੀਦੇ ਆ ਹਨ, ਕਿਸਾਨ ਭਰਾਵਾਂ ਨੂੰ ਵੀ ਤੇ ਜਿਹੜੇ ਸਿਆਸੀ ਲੀਡਰ ਉਹਨਾਂ ਨੂੰ ਵੀ, ਤੇ ਟਕਰਾਅ ਵੀ ਨਹੀਂ ਪੈਦਾ ਹੁੰਦਾ, ਤੇ ਜਿਹੜਾ ਕੋਈ ਸਵਾਲ ਜਵਾਬ ਹੈ ਉਹ ਵੀ ਬਣ ਜਾਣੇ ਚਾਹੀਦੇ ਆ। ਹਾਂ, ਤੁਸੀਂ ਦੇਖ ਸਕਦੇ ਹੋ ਕਿ ਪਹਿਲਾਂ ਤਾਂ ਵੱਡੇ ਪੱਧਰ ਤੇ ਇੱਥੇ ਫੋਰਸ ਵਗੈਰਾ ਲਾਈ ਗਈ ਸੀ, ਪਰ ਫਿਰ ਵੜਿੰਗ ਸਾਹਿਬ ਖੁਦ ਆਏ ਆ ਤੇ ਇੱਧਰੋਂ ਉਹਨਾਂ ਨੇ ਆ ਕੇ ਇੱਥੇ ਤੇ ਸਾਰਾ ਕੀਤਾ। ਦੇਖ ਸਕਦੇ ਹੋ ਵੱਡੇ ਤੌਰ ਤੇ ਹਨ ਫੋਰਸ ਲਾਈ ਗਈ ਸੀਗੀ, ਇੱਥੇ ਗਲੀ ਬੰਦ ਕੀਤੀ ਗਈ ਸੀ। ਦੂਜੇ ਪਾਸੇ ਵੜਿੰਗ ਸਾਹਿਬ ਵੱਲੋਂ ਜਿਹੜਾ ਕਿ ਉਦਘਾਟਨ ਕੀਤਾ ਜਾਣਾ ਸੀ ਉਧਰਲੇ ਪਾਸੇ ਕੀਤਾ, ਤੇ ਤੁਹਾਨੂੰ ਇਹ ਤਸਵੀਰਾਂ ਅਸੀਂ ਸੱਚ ਮਾਈ ਤੇ ਲਗਾਤਾਰ ਵਿਖਾਈਆਂ। ਬੜੇ ਸੋਹਣੇ ਅੰਦਾਜ਼ ਦੇ ਨਾਲ ਇਹ ਬਹਿਸਬਾਜ਼ੀ ਹੋਈ ਹੈ। ਨਾਨਕ ਸਾਹਿਬ ਲਾਈਵ ਚੱਲੀ ਜਾਂਦਾ ਸੀ। ਬੜੇ ਵਧੀਆ ਢੰਗ ਨਾਲ ਸਵਾਲ ਜਵਾਬ ਕੀਤੇ। ਕਿਸ ਤਰ੍ਹਾਂ ਦੀ ਤਸੱਲੀ ਲੱਗੀ ਆ ਮਨ ਨੂੰ? ਤਸੱਲੀ ਤਾਂ ਜੀ ਅਜੇ ਨਹੀਂ ਕੋਈ ਵੀ ਤਸੱਲੀ ਬਖਸ਼ ਇਹਨਾਂ ਨੇ ਇਹ ਨਹੀਂ ਸਾਨੂੰ ਜਵਾਬ ਦਿੱਤਾ ਵੀ ਅਸੀਂ ਅੱਗੇ ਤੋਂ ਪਿੰਡਾਂ ਦੇ ਵਿੱਚ ਕੋਈ ਆਪਦੇ ਪ੍ਰੋਗਰਾਮ ਨਹੀਂ ਕਰਾਂਗੇ। ਅਸੀਂ ਤਾਂ ਇਹਨਾਂ ਨੂੰ ਅਪੀਲ ਕੀਤੀ ਹੈ ਵੀ ਤੁਸੀਂ ਆਪਦੀਆਂ ਸਿਆਸੀ ਗਤੀਵਿਧੀਆਂ ਨਾ ਕਰੋ, ਤਾਂ ਜੋ ਕਿਸਾਨੀ ਮੋਰਚੇ ਤੋਂ ਲੋਕਾਂ ਦਾ ਧਿਆਨ ਨਾ ਪੱਟੋ। ਤਾਂ ਜਦੋਂ ਕੋਈ ਵੀ ਸਿਆਸੀ ਪਾਰਟੀ ਪਿੰਡਾਂ ਦੇ ਵਿੱਚ ਆਪਦਾ ਪ੍ਰੋਗਰਾਮ ਰੱਖਦੇ, ਸਾਡੇ ਭਾਈਚਾਰੇ ਦੇ ਵਿੱਚ ਫਰਕ ਪੈਂਦਾ। ਅੱਧਾ ਉਹਨੇ ਵਿੱਚ ਕੁਝ ਵਿਰੋਧ ਕਰਨ ਵਾਲੇ ਅਸੀਂ ਸਾਰੇ ਆ, ਤਾਂ ਕੁਝ ਜੋ ਲੋਕ ਇਹਨਾਂ ਦੇ ਨਾਲ ਆ ਉਹ ਸਾਡੇ ਨਾਲ ਹੱਥੋਂ ਪਾਈ ਹੋਣ ਤੱਕ ਵੀ ਜਾਂਦੇ ਆ। ਤੇ ਇਸ ਲਈ ਅਸੀਂ ਕਹਿੰਦੇ ਆ ਵੀ ਪਿੰਡਾਂ ਦੇ ਵਿੱਚ ਭਾਈਚਾਰਾ ਸਾਡਾ ਕਾਇਮ ਰਵੇ। ਹੁਣ ਜਿਵੇਂ ਸਾਰੀਆਂ ਪਾਰਟੀਆਂ ਦੇ ਅਸੀਂ ਇਕੱਠੇ ਹੋ ਕੇ ਉੱਥੇ ਕਿਸਾਨੀ ਮੋਰਚੇ ਤੇ ਬੈਠੇ ਆ, ਉਸ ਤੱਕਾਂ ਅਸੀਂ ਬੈਠੇ ਰਹੇ, ਤਾਂ ਪਰ ਸਿਆਸੀ ਪਾਰਟੀਆਂ ਵੱਲੋਂ ਸਾਡੇ 'ਚ ਫੁੱਟ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿਹੜਾ ਵਿਰੋਧ ਹੈ ਇਸ ਤਰ੍ਹਾਂ ਜਾਰੀ ਰਹੂਗਾ ਕਿ ਕੋਈ ਘੱਟ ਹੋਊਗਾ? ਜਾਰੀ ਰਹੂਗਾ ਜੀ, ਜਾਰੀ ਰਹੂਗਾ। ਅੱਜ ਤਾਂ ਅਸੀਂ ਬਹੁਤ ਮੇਨ ਬੰਦੇ ਬੁਲਾ ਕੇ ਥੋੜਾ ਇਕੱਠ ਕੀਤਾ ਸੀ, ਤਾਂ ਅੱਗੇ ਤੋਂ ਅਸੀਂ ਪੂਰਾ ਵਿਰੋਧ ਕਰਾਂਗੇ, ਪਿੱਛੇ ਨਹੀਂ ਰੁਕਿਆ ਕਰਾਂਗੇ। ਬੈਰੀਕੇਡ ਵੀ ਅਸੀਂ ਤੋੜ ਕੇ ਅੱਗੇ ਜਾਣ ਦੀ ਇਹਨਾਂ ਦੇ ਪ੍ਰੋਗਰਾਮ ਦੇ ਬਰਾਬਰ ਅਸੀਂ ਆਪਦਾ ਇਹਨਾਂ ਦਾ ਵਿਰੋਧ ਕਰਿਆ ਕਰਾਂਗੇ। ਵੜਿੰਗ ਸਾਹਿਬ ਨੇ ਵੀ ਡਿਬੇਟ ਦੇ ਵਿੱਚ ਕਿਹਾ ਵੀ ਮੈਂ ਵੀ ਕਿਸਾਨਾਂ ਦੇ ਨਾਲ ਬੰਦੇ ਭੇਜੂਗਾ। ਕਿਸ ਤਰ੍ਹਾਂ ਦੇਖੋਗੇ ਇਸ ਨੂੰ? ਉਹ ਤਾਂ ਜੀ ਇੱਕ ਦਿਨ ਫੋਟੋ ਕਰਾ ਕੇ ਆ ਜਾਂਦੇ, ਇੱਥੋਂ ਪਹਿਲਾਂ ਵੀ ਟਰੈਕਟਰ ਤੇ ਗਏ ਸੀ, ਤਾਂ ਡੱਬ ਵਾਲੀ ਤੇ ਇੱਥੇ ਫੋਟੋ ਕਰਾ ਕੇ ਕਿਰਾਂ ਉਦੋਂ ਬਾਅਦ ਉਤਰ ਜਾਂਦੇ ਆ। ਇਹਨਾਂ ਨੇ ਜਾਣਾ ਜੀ, ਇਹਨਾਂ ਨੇ ਜਾਣਾ ਹੁੰਦਾ ਤਾਂ ਇਹ ਜਥੇਬੰਦੀਆਂ ਤੋਂ ਪਹਿਲੀਆਂ 'ਚ ਜੰਤਰ ਮੰਤਰ ਤੇ ਬੈਠੇ ਹੁੰਦੇ। ਜਥੇਬੰਦੀਆਂ ਵਾਲੇ ਤਾਂ ਇਹਨਾਂ ਦੇ ਮਗਰ ਜਾ ਕੇ ਬਹਿੰਦੇ। ਇਹਨਾਂ ਨੂੰ ਤਾਂ ਬਹੁਤ ਚਿਰ ਪਹਿਲਾਂ ਦਾ ਪਤਾ ਲੱਗ ਗਿਆ ਸੀ। ਮੁੱਖ ਮੰਤਰੀ ਨਾਲ ਵੀ ਉਹਨਾਂ ਦੀਆਂ ਮੀਟਿੰਗਾਂ ਹੋਈਆਂ ਸੀ ਵੀ ਆਹ ਕਾਨੂੰਨ ਅਸੀਂ ਲਾਗੂ ਕਰ ਰਹੇ ਹਾਂ। ਤੇ ਇਸ ਲਈ ਇਹਨਾਂ ਨੇ ਕਿਸੇ ਵੀ ਪਿੰਡ 'ਚ ਜਾਂ ਕਿਸੇ ਵੀ MP MLA ਨੇ ਕਿਸਾਨਾਂ ਨੂੰ ਇਹ ਦੱਸਿਆ ਨਹੀਂ ਕਿ ਤੁਹਾਡੇ ਸਿਰ 'ਚ ਹੁਣ BJP ਵੱਲੋਂ ਡਾਂਗ ਵੱਜ ਰਹੀ ਹੈ। ਜਿਹੜੇ ਸਵਾਲ ਜਵਾਬ ਕੀਤੇ ਗਏ ਆ, ਕੋਈ ਲੱਗਿਆ ਮਾੜਾ ਮੋਟਾ ਵੀ ਉਹ ਤੁਹਾਡੇ ਸਵਾਲ ਜਵਾਬਾਂ ਦੇ ਉਹਨੇ ਜਵਾਬ ਦਿੱਤੇ ਆ? ਕੋਈ ਤੁਹਾਨੂੰ ਲੱਗਿਆ ਵੀ ਹਾਂ ਠੀਕ ਹੈ ਸਵਾਲ ਜਵਾਬ, ਕੁਛ ਤੁਹਾਨੂੰ ਤਸੱਲੀ ਹੋਈ ਮਾੜੀ ਮੋਟੀ? ਤਾਂ ਜੀ ਆਪਦਾ ਜ਼ੋਰ ਵਿਖਾਉਣ ਵਾਲੀ ਗੱਲ ਹੈ ਵੀ ਅਸੀਂ ਪ੍ਰੋਗਰਾਮ ਤਾਂ ਮੈਂ ਆਪਦਾ ਨਿੱਜੀ ਮੇਰਾ ਕਾਰੋਬਾਰ ਹੈ, ਮੈਂ ਨਹੀਂ ਛੱਡ ਨਹੀਂ ਸਕਦਾ। ਤੇ ਵੀ ਉਹਨਾਂ ਨੇ ਕੋਈ ਤਸੱਲੀ ਬਖਸ਼ ਜਵਾਬ ਨਹੀਂ ਦਿੱਤਾ ਵੀ ਮੈਂ ਅੱਗੇ ਤੋਂ ਪਿੰਡਾਂ ਦੇ ਵਿੱਚ ਕਿਸੇ 'ਚ ਨਹੀਂ ਜਾਊਂਗਾ।
ਸੋ ਬਾਈ ਨਾਲ ਗੱਲਬਾਤ ਕੀਤੀ ਹੈ ਇੱਥੇ ਤੇ ਸਾਰੇ ਇੱਥੇ ਆਪਾਂ ਗੱਲਬਾਤ ਕੀਤੀ ਹੈ। ਇਹ ਸਾਰਾ ਪ੍ਰਸ਼ਾਸਨ ਲਾਇਆ ਗਿਆ ਸੀ ਵੱਡੇ ਪੱਧਰ ਤੇ ਇੱਥੇ ਕਿਸਾਨਾਂ ਵੱਲੋਂ ਜਦੋਂ ਵਿਰੋਧ ਦੀ ਕਾਲ ਦਿੱਤੀ ਗਈ ਸੀ। ਸੋ ਸੱਚ ਬਾਣੀ ਤੇ ਫੇਰ ਜੁੜਾਂਗੇ। ਧੰਨਵਾਦ।